बहुत ही प्यारे बच्चों, मेरा नाम है सुखविंदर कौर। बच्चों, ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਖਵਾਉਂਦੇ ਹਨ। ਘੋੜੀ ਲੋਕ ਗੀਤ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਤੇ ਵਿਆਹ ਦੇ ਰੂਪ ਵਿੱਚ ਇਸ ਖਾਨਦਾਨ ਦੇ ਜਲੌਅ ਦਾ ਵਰਣਨ ਹੁੰਦਾ ਹੈ। ਘੋੜੀ ਚੜ੍ਹਨ ਵੇਲੇ ਦੀ ਸ਼ਾਨ ਨੂੰ ਭਿੰਨ-ਭਿੰਨ ਤਰੀਕਿਆਂ ਨਾਲ ਬਿਆਨ ਕੀਤਾ ਜਾਂਦਾ ਹੈ। ਮੁੰਡੇ ਦੇ ਵਸਤਰ, ਉਸ ਦਾ ਸਿਹਰਾ, ਇੱਥੋਂ ਤੱਕ ਕਿ ਉਸ ਦੀ ਜੁੱਤੀ ਦੀ ਮਹਿਮਾ ਵੀ ਰੱਜ ਕੇ ਕੀਤੀ ਜਾਂਦੀ ਹੈ। ਸੁਹਾਗ ਵਾਂਗ ਘੋੜੀਆਂ ਵੀ ਭਾਵ ਅਤੇ ਬਣਤਰ ਪੱਖੋਂ ਸਰਲ ਹੁੰਦੀਆਂ ਹਨ। ਸਭ ਤੋਂ ਪਹਿਲੀ ਘੋੜੀ ਦਾ ਨਾਂ ਹੈ ਹਰਿਆ ਨੀ ਮਾਲਣ। ਹਰਿਆ ਨੀ ਮਾਲਣ, ਹਰਿਆ ਨੀ ਭੈਣੇ, ਹਰਿਆ ਤੇ ਭਾਗੀ ਭਰਿਆ, ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ, ਸੋਇਓ ਦਿਹਾੜਾ ਭਾਗੀ ਭਰਿਆ। ਇਸ ਲੋਕ ਗੀਤ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਜੰਮਣ 'ਤੇ ਹੋਈਆਂ ਖੁਸ਼ੀਆਂ, ਉਸ ਦੀ ਪਾਲਣਾ ਅਤੇ ਮਾਲਣ ਦਾ ਉਸ ਦੇ ਲਈ ਸਿਹਰਾ ਲੈ ਕੇ ਆਉਣ ਦਾ ਜ਼ਿਕਰ ਹੈ। ਹਰਿਆ, ਜਿਸ ਤਰ੍ਹਾਂ ਲੜਕੀ ਲਈ ਸੰਬੋਧਨ ਕੀਤਾ ਜਾਂਦੇ ਨੇ ਅਲੱਗ-ਅਲੱਗ ਸ਼ਬਦ, ਇਸ ਤਰ੍ਹਾਂ ਲੜਕੇ ਲਈ ਹਰਿਆ ਸ਼ਬਦ ਹੈ ਜੋ ਉਹ ਸੰਬੋਧਨ ਕੀਤਾ ਜਾ ਰਿਹਾ, ਮਤਲਬ ਭਾਗਾਂ ਵਾਲਾ। ਹਰਿਆ ਨੀ ਮਾਲਣ, ਹਰਿਆ ਨੀ ਭੈਣੇ। ਵਿਆਹ ਵਾਲੇ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਹੇ ਮਾਲਣ, ਹੇ ਭੈਣੇ, ਵਿਆਹਿਆ ਜਾਣ ਵਾਲਾ ਮੁੰਡਾ ਭਾਗਾਂ ਭਰਿਆ ਹੈ। ਜਿਸ ਦਿਹਾੜੇ, ਦਿਹਾੜੇ ਮਤਲਬ ਦਿਨ, ਜਿਸ ਦਿਹਾੜੇ ਮੇਰਾ ਹਰਿਆ ਨਹੀਂ ਜੰਮਿਆ, ਜਿਸ ਦਿਨ ਮੇਰਾ ਹਰਿਆ ਮਤਲਬ ਮੇਰੇ ਮੁੰਡੇ ਦਾ ਜਨਮ ਹੋਇਆ ਸੀ, ਸੋਈਓ ਦਿਹਾੜਾ ਭਾਗੀ ਭਰਿਆ। ਬਹੁਤ ਖੁਸ਼ਕਿਸਮਤ ਵਾਲਾ ਦਿਨ ਸੀ ਉਹ, ਮਤਲਬ ਭਾਗੀ ਭਰਿਆ, ਕਿਸਮਤ ਵਾਲਾ। ਉਸ ਤੋਂ ਬਾਅਦ ਬੱਚੋ, ਜੰਮਦਾ ਤਾਂ ਹਰਿਆ ਪੱਟ ਲਪੇਟਿਆ। ਮਤਲਬ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਇਆ ਸੀ, ਲੜਕੇ ਦੀ ਮਾਂ ਹੀ ਗੱਲ ਕਰ ਰਹੀ ਹੈ ਇੱਥੇ, ਤਾਂ ਉਸ ਨੂੰ ਪੱਟ ਹੁੰਦਾ ਰੇਸ਼ਮ। ਰੇਸ਼ਮ ਕਾਹਦੀ ਨਿਸ਼ਾਨੀ ਹੁੰਦੀ ਹੈ? ਮਤਲਬ ਅਮੀਰੀ ਦੀ ਨਿਸ਼ਾਨੀ, ਕਿਉਂਕਿ ਵਧੀਆ ਰੱਜੇ ਪੁੱਜੇ ਘਰ ਰੇਸ਼ਮ ਦੇ ਕੱਪੜੇ ਪਾਉਂਦੇ ਸਨ। ਰੇਸ਼ਮ ਦੇ ਵਿੱਚ ਉਸ ਨੂੰ ਲਪੇਟਿਆ ਸੀ। ਕੁੱਛੜ ਦਿਓ ਨੀ ਮਾਈਆਂ। ਬੱਚਿਓ, ਮਾਈਆਂ ਉਹ ਹੁੰਦੀਆਂ ਨੇ ਜੋ ਮਤਲਬ ਖਿਡਾਵੀਆਂ ਹੁੰਦੀਆਂ ਨੇ, ਮਤਲਬ ਜੋ ਬੱਚੇ ਨੂੰ ਖਿਡਾਉਂਦੀਆਂ ਨੇ। ਵੀ ਰੇਸ਼ਮ ਦੇ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਖਿਡਾਉਣ ਵਾਲੀਆਂ ਦਾਈਆਂ ਅਤੇ ਮਾਈਆਂ ਨੂੰ ਕੁੱਛੜ ਚੁਕਾਇਆ ਗਿਆ ਸੀ। ਨਹਾਤਾ ਤੇ ਧੋਤਾ ਹਰਿਆ ਪੱਟ ਲਪੇਟਿਆ, ਮਤਲਬ ਪੂਰਾ ਨਹਾ ਧਵਾ ਕੇ ਉਸ ਨੂੰ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਲਪੇਟਿਆ ਗਿਆ। ਕੁੱਛੜ ਦਿਓ ਸਕੀਆਂ ਭੈਣਾਂ, ਮਤਲਬ ਫੇਰ ਭੈਣਾਂ ਨੇ ਉਸ ਨੂੰ ਚੱਕਿਆ ਸੀ। ਫਿਰ ਉਸ ਤੋਂ ਬਾਅਦ, ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ, ਕੀ ਕੁਝ ਮਿਲਿਆ ਸਕੀਆਂ ਭੈਣਾਂ, ਮਤਲਬ ਸ਼ਗਨ ਦੇ ਵਜੋਂ ਦਾਈਆਂ ਤੇ ਮਾਈਆਂ ਜੋ ਉਸ ਦੀ ਸੰਭਾਲ ਕਰ ਰਹੀ ਸਨ ਬੱਚੇ ਦੀ, ਹੈ ਨਾ, ਤਾਂ ਕੀ ਮਿਲਿਆ ਉਹਨਾਂ ਨੂੰ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਵਿਆਹੇ ਜਾਣ ਵਾਲੇ ਮੁੰਡੇ ਦੇ ਜੰਮਣ 'ਤੇ ਉਸ ਦੀ ਪਾਲਣਾ ਤੇ ਖਿਡਾਉਣ ਵਾਲੀਆਂ ਮਾਈਆਂ, ਦਾਈਆਂ ਤੇ ਸਕੀਆਂ ਭੈਣਾਂ ਨੂੰ ਕੀ ਕੁਝ ਮਿਲਿਆ ਸੀ। 5 ਰੁਪਏ ਇਹਨਾਂ ਦਾਈਆਂ ਤੇ ਮਾਈਆਂ, ਪੱਟ ਦਾ ਤੇਵਰ ਸਕੀਆਂ ਭੈਣਾਂ। 5-5 ਰੁਪਏ ਦਾਈਆਂ ਤੇ ਮਾਈਆਂ ਨੂੰ ਦਿੱਤੇ ਗਏ ਸਨ ਤੇ ਸਕੀਆਂ ਭੈਣਾਂ ਨੂੰ ਰੇਸ਼ਮ ਦੇ ਕੱਪੜੇ, ਮਤਲਬ ਤੋਹਫੇ ਵਜੋਂ ਤੋਂ ਆਪਾਂ ਭੇਂਟ ਕਰਦੇ ਹਾਂ, ਉਸ ਨੂੰ ਤਿਉਰ ਕਿਹਾ ਜਾਂਦਾ, ਉਹ ਦਿੱਤੇ ਗਏ ਸਨ। ਬੱਚਿਓ, 5-5 ਰੁਪਏ ਉਸ ਸਮੇਂ ਦੀ ਗੱਲ ਹੈ ਜਦੋਂ 5 ਰੁਪਏ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਸੀ ਤੇ 5 ਰੁਪਏ ਦਾ ਬੜਾ ਕੁਛ ਆ ਜਾਂਦਾ ਸੀ। ਤੇ ਹੁਣ ਤਾਂ 5 ਰੁਪਏ ਦੀ ਕੋਈ ਕੀਮਤ ਨਹੀਂ ਹੈ ਨਾ, ਉਸ ਸਮੇਂ ਇਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਸੀ। ਤੇ ਉਸ ਤੋਂ ਬਾਅਦ, ਪੁੱਛਦੀ ਪੁਛਾਂਦੀ ਮਾਲਣ ਗਲੀ 'ਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਮਤਲਬ ਬੱਚੋ, ਜਿਹੜੇ ਸਿਹਰੇ ਹੁੰਦੇ ਸੀ ਨਾ, ਉਹ ਮਾਲਣ ਵਜੋਂ ਗੁੰਦੇ ਜਾਂਦੇ ਸਨ। ਮਾਲੀ ਦੀ ਮਤਲਬ ਫੀਮੇਲ ਹੈ ਨਾ, ਲਿੰਗ ਬਦਲੋ ਜਦੋਂ ਆਪਾਂ ਕਰਦੇ ਹਾਂ, ਘਰ ਵਾਲੀ ਨੂੰ ਮਾਲਣ ਕਿਹਾ ਜਾਂਦਾ। ਤਾਂ ਫੁੱਲਾਂ ਦੇ ਸਿਹਰੇ ਲੈ ਕੇ ਆਉਂਦੀ ਸੀ। ਜਿਸ ਤਰ੍ਹਾਂ ਦਾ ਘਰ ਹੁੰਦਾ ਸੀ ਉਸ ਤਰ੍ਹਾਂ ਦੇ ਫੁੱਲ ਲਗਾਏ ਜਾਂਦੇ ਸਨ, ਕੋਈ ਮਹਿੰਗਾ ਕੋਈ ਸਸਤਾ। ਪੁੱਛਦੀ ਪੁਛਾਂਦੀ ਮਾਲਣ ਗਲੀ ਵਿੱਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਵੀ ਮਾਲਣ ਪੁੱਛਦੀ ਹੋਈ ਗਲੀ ਵਿੱਚ ਆਈ ਸੀ ਵੀ ਸ਼ਾਦੀ ਵਾਲਾ ਘਰ ਕਿਹੜਾ ਹੈ। ਉਚੜੇ ਤੰਬੂ ਮਾਲਣ ਸਬਜ਼ ਕਨਾਤਾਂ, ਸ਼ਾਦੀ ਵਾਲਾ ਘਰ ਇਹੋ। ਸਬਜ਼ ਮਤਲਬ ਹਰੀਆਂ ਹਰੀਆਂ ਕਨਾਤਾਂ ਨੀਚੇ ਵਿਛੀਆਂ ਨੇ, ਉੱਚੇ ਉੱਚੇ ਤੰਬੂ ਮਤਲਬ ਟੈਂਟ ਲੱਗੇ ਹੋਏ ਨੇ, ਤਾਂ ਉਹੀ ਸ਼ਾਦੀ ਵਾਲਾ ਘਰ ਆ। ਮਤਲਬ ਬਹੁਤ ਸੁੰਦਰ ਘਰ ਲੱਗ ਰਿਹਾ। ਆ ਮੇਰੀ ਮਾਲਣ ਬੈਠ ਦਲੀਚੇ, ਕਰਨੀ ਸਿਹਰੇ ਦਾ ਮੁੱਲ। ਵਿਆਹ ਵਾਲੇ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਤੂੰ ਦਹਲੀਜ਼ 'ਤੇ ਬੈਠ ਤੇ ਆ ਕੇ
ਦਲੀਜੇ ਦੇ ਉੱਪਰ ਬੈਠ ਕੇ ਸੇਰੇ ਦਾ ਮੁੱਲ ਕਰ ਕਿੰਨਾ ਕੁ ਸੇਰਾ। 1 ਲੱਖ ਚੰਬਾ 2 ਲੱਖ ਮਰੂਆ 3 ਲੱਖ ਸੇਰੇ ਦਾ ਮੁੱਲ। ਉਹ ਕਹਿੰਦੀ ਹੈ ਵੀ 1 ਲੱਖ ਇਹਦੇ ਵਿੱਚ ਚੰਬੇ ਦੇ ਫੁੱਲ ਨੇ, 2 ਲੱਖ ਮਰੂਏ ਦੇ ਫੁੱਲ ਨੇ, ਮਤਲਬ ਬਹੁਤ ਸੁੰਦਰ ਫੁੱਲ ਲਾਏ ਨੇ। ਇਸ ਕਰਕੇ ਸੇਰੇ ਦਾ ਜੋ ਮੁੱਲ ਹੈ ਉਹ 3 ਲੱਖ ਰੁਪਏ ਹੈ। ਲੈ ਮੇਰੀ ਮਾਲਣ ਬੰਨ੍ਹਨੀ ਸੇਰਾ ਬੰਨ੍ਹਨੀ ਲਾਲ ਜੀ ਦੇ ਮੱਥੇ। ਉਹ ਮਤਲਬ ਵਿਆਹ ਵਾਲੇ ਮੁੰਡੇ ਦੀ ਮਾਂ ਫੇਰ ਕਹਿੰਦੀ ਹੈ ਵੀ ਸੇਰਾ ਵਿਆਹ ਵਾਲੇ ਮੁੰਡੇ ਦੇ, ਮੇਰੇ ਲਾਲ ਦੇ ਮਤਲਬ ਮੇਰੇ ਮੁੰਡੇ ਦੇ ਸੇਰੇ ਤੇ ਮੱਥੇ ਤੇ ਬੰਨ। ਹਰਿਆ ਨੀ ਮਾਲਣ ਹਰਿਆ ਨੀ ਭੈਣੇ ਹਰਿਆ ਤੇ ਭਾਗੀ ਭਰਿਆ। ਉਹ ਫੇਰ ਉਹ ਕਹਿੰਦੇ ਵੀ ਮੇਰਾ ਹਰਿਆ ਬਹੁਤ ਭਾਗਾਂ ਨਾਲ ਭਰਿਆ ਹੋਇਆ ਹੈ, ਬਹੁਤ ਹੀ ਕਿਸਮਤ ਵਾਲਾ ਹੈ। ਫਿਰ ਬੱਚੋ ਜਿਹੜੀ ਦੂਜੀ ਘੋੜੀ ਹੈ ਉਹ ਇਸ ਪ੍ਰਕਾਰ ਹੈ। ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਘੋੜੀ ਤੇਰੀ ਵੇ ਮੱਲਾ ਸੋਹਣੀ ਸੋਹਣੀ ਸੋਂਦੀ ਕਾਠੀਆਂ ਦੇ ਨਾਲ, ਕਾਠੀ 1.5 ਤੇ 1000। ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ। ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਬੱਚੋ ਸੁਰਜਣ ਸ਼ਬਦ ਇੱਥੇ ਉਸ ਮੁੰਡੇ ਲਈ ਵਰਤਿਆ ਗਿਆ ਹੈ ਵੀ ਮਾਂ ਦਾ ਤੂੰ ਸੁਰਜਣਾ, ਮਤਲਬ ਸੋਹਣਾ ਬੱਚਾ ਏ। ਤੇ ਉਹ ਬਾਰ-ਬਾਰ ਮਾਂ ਇਸ ਤਰ੍ਹਾਂ ਹੀ ਕਹਿੰਦੀ ਹੈ। ਇਸ ਲੋਕ ਗੀਤ ਵਿੱਚ ਵਿਆਂਦੜ ਮੁੰਡੇ ਦੀ ਘੋੜੀ, ਪੋਸ਼ਾਕ, ਹਾਰ ਸ਼ਿੰਗਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ। ਤੇ ਜਿੱਥੇ ਮੁੰਡੇ ਨੇ ਵਿਆਹੁਣ ਜਾਣਾ ਹੈ ਉਹ ਉਹਨਾਂ ਦੀ ਵੀ ਸ਼ਾਨ ਦਾ ਇੱਥੇ ਬਿਆਨ ਕੀਤਾ ਗਿਆ ਹੈ। ਵਿਆਂਦੜ ਮੁੰਡੇ ਦੀ ਮਾਂ ਆਪਣੀਆਂ ਸਾਥਣਾਂ ਨਾਲ ਗਾਉਂਦੀ ਹੋਈ ਘੋੜੀ ਚੜ੍ਹੇ ਹੋਏ ਮੁੰਡੇ ਨੂੰ ਸੰਬੋਧਨ ਕਰਕੇ ਕਹਿੰਦੀ ਹੈ, ਵੇ ਮਾਂ ਦਿਆ ਸੁਰਜਣਾ ਗੱਠੇ ਹੋਏ ਸਰੀਰ ਵਾਲੇ ਪੁੱਤਰਾ, ਜਿਸ ਘੋੜੀ ਉੱਤੇ ਤੂੰ ਚੜ੍ਹਿਆ ਹੈ ਇਹ ਬਹੁਤ ਸੋਹਣੀ ਹੈ। ਤੇਰੀ ਘੋੜੀ ਦੀ ਕਾਠੀ ਨਾਲ ਬਹੁਤ ਸੋਹਣੀ ਲੱਗ ਰਹੀ ਹੈ। ਇਹ ਕਾਠੀ 1.5 ਰੁਪਏ ਦੇ ਮੁੱਲ ਦੀ ਹੈ। ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਤੁਸੀਂ ਸਾਰੇ ਜਾਂਝੀ ਮੇਰੇ ਬਾਗ ਵਿੱਚ ਦੀ ਆਇਓ ਤੇ ਨਗਾਰਿਆਂ ਤੇ ਚੋਟਾਂ ਲਾਇਓ ਤੇ ਅਗਲੇ ਘਰ ਪਹੁੰਚ ਕੇ ਤੁਸੀਂ ਰਾਜਿਆਂ ਵਾਲਾ ਬਹੁ ਭਾਂਤੀ ਖਾਣਾ ਖਾਇਓ। ਵੇ ਮਾਂ ਦਿਆ ਸੋਹਣਿਆ ਪੁੱਤਰਾ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਮਤਲਬ ਮੱਲਾ ਸ਼ਬਦ ਆਪਾਂ ਥੋੜ੍ਹਾ ਔਖੇ ਸ਼ਬਦਾਂ ਦੀ ਵੀ ਦੱਸ ਦਿਓ। ਇਕੱਠੇ ਹੋਏ ਸਰੀਰ ਵਾਲੇ ਨੂੰ ਕਹਿ ਦਿੱਤਾ ਜਾਂਦਾ। ਤੇ ਸੋਂਦੀ ਸੋਹਣੀ ਲੱਗਦੀ ਹੈ 1.5 ਤੇ 1000 ਰੁਪਏ ਦੇ ਮੁੱਲ। ਸੁਰਜਣਾ ਮਾਂ ਦਿਆ ਸੋਹਣਾ ਪੁੱਤਰ। ਨਗਾਰਿਆਂ ਢੋਲ ਨਗਾਰੇ ਆਪਾਂ ਕਹਿੰਦੇ ਬਲਿਹਾਰੀ ਕੁਰਬਾਨ ਜਾਣਾ। छैल नवाबां दे घर ढुकना ढुकना। उमरावां दी तेरी चाल विच सरदारां दे तेरा बैठना। चीरा तेरा वे मल्ला सोहना सोहना सोंदा कलगियां दे नाल, कलगी 1.5 ते 1000। मैं बलिहारी वे मां दिया सुरजना। इस विच ਵਿਆਂਦੜ ਮੁੰਡੇ ਦੀ ਮਾਂ ਆਪਣੀਆਂ ਸਾਥਣਾਂ ਨਾਲ ਗਾਉਂਦੀ ਹੋਈ ਕਹਿੰਦੀ ਹੈ ਕਿ ਤੁਸੀਂ ਅਮੀਰ ਸਰਦਾਰਾਂ ਦੇ ਘਰ ਢੁਕਣਾ ਹੈ। ਮਤਲਬ ਆਪਣੇ ਮੁੰਡੇ ਨੂੰ ਕਹਿੰਦੀ ਆ ਉਹ, ਤੇਰੀ ਘੋੜੀ ਉੱਤੇ ਚੜੇ ਦੀ ਚਾਲ ਸਰਦਾਰਾਂ ਵਾਲੀ ਹੈ। ਅਸਲ ਵਿੱਚ ਤੇਰੀ ਬੈਠਣੀ ਉੱਠਣੀ ਅਮੀਰਾਂ ਸਰਦਾਰਾਂ ਦੇ ਨਾਲ ਹੈ। ਗੱਠੇ ਹੋਏ ਸੋਹਣੇ ਸਰੀਰ ਵਾਲੇ ਪੁੱਤਰਾ, ਤੇਰੀ ਗੁਲਾਬੀ ਪੱਗ ਬਹੁਤ ਸੋਹਣੀ ਹੈ। ਤੇਰਾ ਸਿਹਰਾ ਕਲਗੀਆਂ ਨਾਲ ਸਜਾ ਕੇ ਬਣਾਇਆ ਗਿਆ ਹੈ। ਤੇਰੀ ਕਲਗੀ 1.5 ਰੁਪਏ ਦੇ ਮੁੱਲ ਦੀ ਹੈ। ਵੇ ਮਾਂ ਦਿਆ ਸੋਹਣਿਆ ਪੁੱਤਰਾ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਬੱਚੋ छैल ਕਹਿ ਦਿੱਤਾ ਜਾਂਦਾ ਸੁੰਦਰ ਜਵਾਨ ਨੂੰ। ਉਮਰਾਵਾਂ ਮਤਲਬ ਅਮੀਰ ਸਰਦਾਰ ਹੁੰਦੇ ਨੇ ਜਿਹੜੇ। ਚੀਰਾ ਲਾੜੇ ਦੇ ਸਿਰ ਤੇ ਬੰਨੀ ਲਾਲ ਗੁਲਾਬੀ ਪੱਗ। ਮੱਲਾ ਪਹਿਲਵਾਨਾਂ ਮਤਲਬ ਇਕੱਠੇ ਹੋਏ ਸਰੀਰ ਜਿਹੜੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ, ਮੁੰਡਿਆਂ ਨੂੰ, ਨੌਜਵਾਨਾਂ ਨੂੰ। ਅੱਗੇ ਆ ਗਿਆ ਕੈਂਠਾ ਤੇਰਾ ਵੇ ਮੱਲਾ ਸੋਹਣਾ ਸੋਹਣਾ ਸੋਂਦਾ ਜੁਗਨੀਆਂ ਦੇ ਨਾਲ, ਜੁਗਨੀ 1.5 ਤੇ 1000। ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਜਾਮਾ ਤੇਰਾ ਵੇ ਮੱਲਾ ਸੋਹਣਾ ਸੋਹਣਾ ਸੋਂਦਾ ਤਣੀਆਂ ਦੇ ਨਾਲ, ਤਣੀਆਂ 1.5 ਤੇ 1000। ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਬੱਚੋ ਕੈਂਠਾ ਗਲ ਦੇ ਵਿੱਚ ਪਾਉਣ ਵਾਲਾ ਗਹਿਣਾ ਹੁੰਦਾ ਏ। ਜੁਗਨੀਆਂ ਵੀ ਇੱਕ ਗਹਿਣਾ ਹੁੰਦਾ ਏ, ਹੈ ਨਾ। ਜਾਮਾ ਪਹਿਰਾਵੇ ਨੂੰ ਕਹਿ ਦਿੱਤਾ ਜਾਂਦਾ ਏ, ਹੈ ਨਾ। ਤੇ ਚਲੋ ਫਿਰ ਆਪਾਂ ਪੜ੍ਹੀਏ ਇਸ ਦੇ ਅਰਥ ਕੀ ਨੇ। ਵਿਆਂਦੜ ਮੁੰਡੇ ਦੀ ਮਾਂ ਆਪਣੀਆਂ ਸਾਥਣਾਂ ਨਾਲ
ਘੋੜੀ ਚੜੇ ਮੁੰਡੇ ਨੂੰ ਸੰਬੋਧਨ ਕਰਕੇ ਗਾਉਂਦੀ ਹੋਈ ਕਹਿੰਦੀ ਹੈ, ਵੇ ਗੱਠੇ ਹੋਏ ਸੋਹਣੇ ਸਰੀਰ ਵਾਲੇ ਪੁੱਤਰਾ, ਤੇਰਾ ਕੈਂਠਾ ਬਹੁਤ ਸੋਹਣਾ ਹੈ। ਇਹ ਜੁਗਨੀਆਂ ਦੇ ਨਾਲ ਸਜਿਆ ਹੋਇਆ ਹੈ। ਇਸ ਵਿੱਚ ਇੱਕ ਇੱਕ ਜੁਗਨੀ 1.5 ਹਜ਼ਾਰ ਰੁਪਏ ਦਾ ਮੁੱਲ ਰੱਖਦੀ ਹੈ। ਵੇ ਮਾਂ ਦਿਆ ਸੋਹਣਿਆ ਪੁੱਤਰਾ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਸੋਹਣਿਆ ਸਿਹਤਮੰਦ ਪੁੱਤਰਾ, ਤੇਰਾ ਪਹਿਰਾਵਾ ਬਹੁਤ ਹੀ ਸੁੰਦਰ ਹੈ। ਇਹ ਤਣੀਆਂ ਦੇ ਨਾਲ ਸਜਿਆ ਹੋਇਆ ਹੈ। ਇਸ ਪਹਿਰਾਵੇ ਨੂੰ 1.5 ਹਜ਼ਾਰ ਤਣੀਆਂ ਲੱਗੀਆਂ ਹੋਈਆਂ ਹਨ। ਮਾਂ ਦਿਆ ਸੋਹਣਿਆ ਪੁੱਤਰਾ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ। ਉਸ ਤੋਂ ਬਾਅਦ ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਧੀ ਸਰਦਾਰਾਂ ਦੀ ਵਿਆਹ ਲਿਆਇਓ, ਸ਼ੈਲ ਨਵਾਬਾਂ ਦੇ ਘਰ ਢੁੱਕਣਾ। ਇਸ ਦੇ ਵਿੱਚ ਵਿਆਂਦੜ ਮੁੰਡੇ ਦੀ ਮਾਂ ਆਪਣੀਆਂ ਸਾਥਣਾਂ ਨਾਲ ਗਾਉਂਦੀ ਹੋਈ ਘੋੜੀ ਚੜੇ ਮੁੰਡੇ ਨੂੰ ਅਤੇ ਉਸਦੇ ਜਾਂਝੀਆਂ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਤੁਸੀਂ ਬਾਗਾਂ ਵਿੱਚੋਂ ਹੀ ਹੁੰਦੇ ਹੋਏ ਆਇਓ। ਤੁਸੀਂ ਨਗਾਰਿਆਂ ਉੱਤੇ ਚੋਟਾਂ ਮਾਰਦੇ ਹੋਏ ਅਮੀਰ ਸਰਦਾਰਾਂ ਦੇ ਘਰ ਢੁੱਕਣਾ ਹੈ। ਤੁਸੀਂ ਉੱਥੇ ਸਰਦਾਰਾਂ ਦੀ ਧੀ ਵਿਆਹ ਕੇ ਲਿਆਇਓ। ਵੇ ਮੇਰੇ ਸੋਹਣੇ ਪੁੱਤਰ ਤੇ ਉਸਦੇ ਸਾਥੀਆਂ ਤੋਂ ਮੈਂ ਕੁਰਬਾਨ ਜਾਂਦੀ ਹਾਂ। ਬੱਚਿਓ, ਇਹ ਸੀ ਘੋੜੀ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਉਸ ਤੋਂ ਬਾਅਦ ਹੈ ਘੋੜੀ ਮੱਥੇ ਤੇ ਚਮਕਣ ਵਾਲ। ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ, ਆਵੇ ਬੰਨਾ ਬੰਨ ਸ਼ਗਨਾਂ ਦਾ ਗਾਨਾ, ਆਵੇ ਬੰਨਾ ਬੰਨ ਸ਼ਗਨਾਂ ਦਾ ਗਾਨਾ। ਗਾਨੇ ਦੇ ਫੁੰਮਣ ਚਾਰ ਮੇਰੇ ਬੰਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ, ਆਵੇ ਬੰਨਾ ਲਾ ਸ਼ਗਨਾਂ ਦੀ ਮਹਿੰਦੀ, ਆਵੇ ਬੰਨਾ ਲਾ ਸ਼ਗਨਾਂ ਦੀ ਮਹਿੰਦੀ। ਮਹਿੰਦੀ ਦਾ ਰੰਗ ਸੂਹਾ ਲਾਲ ਮੇਰੇ ਬੰਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਬੱਚਿਓ, ਅਸਲ ਦੇ ਵਿੱਚ ਇਹ ਜਿਹੜੀਆਂ ਘੋੜੀਆਂ ਹੁੰਦੀਆਂ ਨੇ ਜਾਂ ਸੁਹਾਗ, ਕੋਈ ਵੀ ਲੋਕ ਗੀਤ, ਉਹਨਾਂ ਨੂੰ ਆਪਾਂ ਪੜ੍ਹਨਾ ਨਹੀਂ ਹੁੰਦਾ। ਮਤਲਬ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇੱਦਾਂ ਲੱਗਦਾ ਵੀ ਉਹਨਾਂ ਨਾਲ ਨਾ ਇਨਸਾਫੀ ਕਰ ਰਹੇ ਹਾਂ। ਇਹ ਹਮੇਸ਼ਾ ਗਾਏ ਜਾਂਦੇ ਨੇ, ਪਰ ਹੁਣ ਤੁਹਾਨੂੰ ਸਮਝਾਉਣ ਲਈ ਮੈਨੂੰ ਪੜ੍ਹਨੇ ਪੈ ਰਹੇ ਨੇ। ਪਰ ਬੱਚਿਓ, ਆਪਾਂ ਜ਼ਰੂਰ ਇੱਕ ਵੀਡੀਓ ਜਿਸ ਤਰ੍ਹਾਂ ਆਪਾਂ ਸੁਹਾਗ ਗਾਏ ਨੇ ਉਸ ਤਰ੍ਹਾਂ ਅਪਲੋਡ ਕਰਾਂਗੇ, ਜਿਸ ਦੇ ਵਿੱਚ ਇਹਨਾਂ ਦੀ ਬਣਦੀ ਜੋ ਇੱਕ ਜਗ੍ਹਾ ਹੈ ਗਾ ਕੇ ਇਹਨਾਂ ਨੂੰ ਪੜ੍ਹਿਆ ਜਾਏ। ਮਤਲਬ ਠੀਕ ਹੈ। ਸੋ ਹੁਣ ਤੁਹਾਨੂੰ ਸਮਝਾਉਣ ਲਈ ਇੱਦਾਂ ਪੜ੍ਹਨਾ ਪੈ ਰਿਹਾ, ਪਰ ਇਹਨਾਂ ਦੀ ਅਸਲੀ ਜਗ੍ਹਾ ਇਹ ਨਹੀਂ ਹੈ। ਤੇ ਚਲੋ ਪਾਰਥ ਕਰਦੇ ਹਾਂ। ਇਸ ਘੋੜੀ ਵਿੱਚ ਮਾਂ ਦੇ ਆਪਣੇ ਪੁੱਤਰ ਦੇ ਵਿਆਹ ਸੰਬੰਧੀ ਚਾਵਾਂ ਨਾਲ ਭਰੇ ਭਾਵ ਅੰਕਿਤ ਹਨ। ਇਸ ਵਿੱਚ ਪੁੱਤਰ ਦੇ ਵਿਆਹੁਣ ਲਈ ਚੜ੍ਹਨ ਸਮੇਂ ਉਸਦੀ ਵੀਣੀ ਉੱਤੇ ਬੰਨ੍ਹੇ ਜਾਣ ਵਾਲੇ ਫੁੰਮਣਾਂ ਵਾਲੇ ਗਾਨੇ, ਹੱਥਾਂ ਵਿੱਚ ਲਾਈ ਜਾਣ ਵਾਲੀ ਲਾਲ ਮਹਿੰਦੀ, ਮੱਥੇ ਉੱਤੇ ਬੰਨੇ ਜਾਣ ਵਾਲੀਆਂ ਲੜੀਆਂ ਵਾਲੇ ਜੋ ਸਿਹਰੇ ਅਤੇ ਘੋੜੀ ਉੱਤੇ ਚੜ੍ਹ ਕੇ ਲਾੜੀ ਨੂੰ ਵਿਆਹ ਕੇ ਲਿਆਉਣ ਦਾ ਜ਼ਿਕਰ ਹੈ। ਮਾਂ ਆਪਣੇ ਪੁੱਤਰ ਦੇ ਵਿਆਹੁਣ ਲਈ ਚੜ੍ਹਨ ਦੇ ਸਮੇਂ ਨਾਲ ਸੰਬੰਧਿਤ ਆਪਣੇ ਚਾਵਾਂ ਨੂੰ ਬਿਆਨ ਕਰਦੀ ਹੋਈ ਲਾੜੇ ਦੇ ਰੂਪ ਵਿੱਚ ਸੱਜ ਰਹੇ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਲਾੜਾ ਬਣੇ ਉਸਦੇ ਪੁੱਤਰ ਦੇ ਮੱਥੇ ਉੱਤੇ ਵਾਲ ਚਮਕ ਰਹੇ ਹਨ। ਉਹ ਆ ਕੇ ਉਸ ਤੋਂ ਆਪਣੀ ਵੀਣੀ ਉੱਤੇ ਸ਼ਗਨਾਂ ਦਾ ਗਾਨਾ ਬਣਾਵੇ, ਜਿਸ ਨਾਲ ਲੱਗੇ ਹੋਏ 4 ਫੁੰਮਣ ਬਹੁਤ ਸੋਹਣੇ ਲੱਗਣਗੇ। ਉਹ ਆਵੇ ਤੇ ਉਸਦੇ ਹੱਥਾਂ ਉੱਤੇ ਸ਼ਗਨਾਂ ਦੀ ਮਹਿੰਦੀ ਲਵਾ ਲਵੇ, ਜਿਸ ਦਾ ਸੂਹਾ ਲਾਲ ਰੰਗ ਬਹੁਤ ਹੀ ਸੋਹਣਾ ਲੱਗਦਾ ਹੈ। ਇਸ ਤਰ੍ਹਾਂ ਮੇਰਾ ਪੁੱਤਰ ਲਾੜਾ ਬਣ ਕੇ ਬਹੁਤ ਹੀ ਸੁੰਦਰ ਲੱਗ ਰਿਹਾ ਹੈ। ਉਸਦੇ ਮੱਥੇ ਉੱਤੇ ਚਮਕਦੇ ਵਾਲ ਉਸਦੀ ਖੂਬਸੂਰਤੀ ਨੂੰ ਵਧਾ ਰਹੇ ਹਨ। ਬੱਚਿਓ, ਬੰਨੜਾ ਲਾੜੇ ਨੂੰ ਕਿਹਾ ਗਿਆ ਜਿਸ ਦਾ ਵਿਆਹ ਹੁੰਦਾ ਹੈ। ਫੁੰਮਣ ਰੇਸ਼ਮ ਜਾਂ ਸੂਤ ਦਾ ਬਣਿਆ ਹੋਇਆ ਫੁੱਲ ਹੁੰਦਾ ਹੈ, ਮਤਲਬ ਜੋ ਗਾਨੇ ਨਾਲ ਬੰਨਿਆ ਜਾਂਦਾ ਹੈ, ਜਾਂ ਮਤਲਬ ਕੱਪੜਿਆਂ ਦੇ ਉੱਪਰ ਵੀ ਲਗਾ ਦਿੱਤਾ ਜਾਂਦਾ ਹੈ ਤੇ ਗਹਿਣਿਆਂ ਨਾਲ ਵੀ ਬੰਨ੍ਹ ਦਿੱਤਾ ਜਾਂਦਾ ਹੈ। ਸੂਹਾ ਲਾਲ, ਬਹੁਤ ਲਾਲ। ਆਵੇ ਬੰਨਾ ਬੰਨ ਸ਼ਗਨਾਂ ਦਾ ਸਿਹਰਾ, ਆਵੇ ਬੰਨਾ ਬੰਨ ਸ਼ਗਨਾਂ ਦਾ ਸਿਹਰਾ। ਸਿਹਰੇ ਦੀਆਂ ਲੜੀਆਂ 4 ਮੇਰੇ ਬੰਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਆਵੇ ਬੰਨਾ ਚੜ੍ਹ ਸ਼ਗਨਾਂ ਦੀ ਘੋੜੀ, ਆਵੇ ਬੰਨਾ ਚੜ੍ਹ ਸ਼ਗਨਾਂ ਦੀ ਘੋੜੀ। ਜੋੜੀ ਭਰਾਵਾਂ ਦੀ ਨਾਲ ਮੇਰੇ ਬੰਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਮਾਂ ਆਪਣੇ ਪੁੱਤਰ ਨੂੰ ਘੋੜੀ ਚੜ੍ਹਨ ਸਮੇਂ
ਬਹੁਤ ਹੀ ਪਿਆਰ ਨਾਲ ਦੁਲਾਰਦੀ ਹੋਈ ਗੀਤ ਗਾਉਂਦੀ ਹੋਈ ਕਹਿੰਦੀ ਹੈ ਕਿ ਉਸਦੇ ਲਾੜੇ ਦੇ ਰੂਪ ਵਿੱਚ ਸਜੇ ਪੁੱਤਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਮਤਲਬ ਬਹੁਤ ਸੋਹਣਾ ਲੱਗ ਰਿਹਾ ਹੈ ਉਹ। ਉਸਦੇ ਮੱਥੇ ਤੇ ਵਾਲ ਨੇ ਜੋ ਚਮਕ ਰਹੇ ਹਨ, ਬਹੁਤ ਸੁੰਦਰ ਹਨ। ਉਹ ਆ ਕੇ ਆਪਣੀਆਂ ਭੈਣਾਂ ਤੋਂ ਸ਼ਗਨਾਂ ਦਾ ਸਿਹਰਾ ਬਣਾਵੇ, ਜਿਸ ਦੀਆਂ ਉਸਦੇ ਚਿਹਰੇ ਤੇ ਜੋ ਲੜੀਆਂ ਨੇ ਉਹ ਚਮਕ ਰਹੀਆਂ ਹਨ, ਬਹੁਤ ਸੁੰਦਰ ਲੱਗ ਰਹੀਆਂ ਹਨ। ਉਹ ਆਵੇ ਤੇ ਵਿਆਹੁਣ ਜਾਣ ਲਈ ਸ਼ਗਨਾਂ ਦੀ ਘੋੜੀ ਉੱਤੇ ਚੜ੍ਹੇ। ਉਸਦੇ ਨਾਲ ਜਾ ਰਹੀ ਉਸਦੀ ਭਰਾਵਾਂ ਦੀ ਜੋੜੀ ਉਸਦੇ ਮਾਣ ਨੂੰ ਹੋਰ ਵੀ ਵਧਾ ਰਹੀ ਹੈ। ਉਸਦੇ ਮੱਥੇ ਉੱਤੇ ਚਮਕਦੇ ਵਾਲ ਬਹੁਤ ਸੁੰਦਰ ਲੱਗ ਰਹੇ ਹਨ। ਆਵੇ ਬੰਨਾ ਲੈ ਸ਼ਗਨਾਂ ਦੀਆਂ ਲਾਵਾਂ, ਆਵੇ ਬੰਨਾ ਲੈ ਸ਼ਗਨਾਂ ਦੀਆਂ ਲਾਵਾਂ, ਨਿੱਕੀ ਜਿਹੀ ਬੰਨੋ ਤੇਰੇ ਨਾਲ, ਮੇਰੇ ਬੰਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਆਵੇ ਬੰਨਾ ਲਿਆ ਸ਼ਗਨਾਂ ਦਾ ਡੋਲਾ, ਆਵੇ ਬੰਨਾ ਲਿਆ ਸ਼ਗਨਾਂ ਦਾ ਡੋਲਾ, ਮਾਏ ਨੇ ਪੀਤਾ ਪਾਣੀ ਵਾਰ ਮੇਰੇ ਬੰਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਮਾਂ ਆਪਣੇ ਸੋਹਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹ ਸਹੁਰੇ ਘਰ ਵਿੱਚ ਜਾ ਕੇ ਲਾੜੀ ਨਾਲ ਸ਼ਗਨਾਂ ਦੀਆਂ ਲਾਵਾਂ ਲਵੇ। ਇਸ ਸਮੇਂ ਉਹ ਬਹੁਤ ਸੁੰਦਰ ਲੱਗ ਰਿਹਾ ਹੈ ਤੇ ਉਸਦੇ ਨਾਲ ਜੋ ਇੱਕ ਲਾੜੀ ਹੈ, ਉਸਦੀ ਘਰਵਾਲੀ, ਉਹ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ। ਤੇ ਮਾਂ ਨੇ ਉਹਨਾਂ ਦੋਨਾਂ ਤੋਂ ਪਾਣੀ ਵਾਰ ਕੇ ਪੀਤਾ ਤੇ ਸ਼ਗਨ ਮਨਾਏ। ਇਸ ਤਰ੍ਹਾਂ ਇਹ ਵਿਆਹ ਸੰਪੂਰਨ ਹੋਇਆ। ਇਹ ਸਾਰੇ ਖੁਸ਼ੀਆਂ ਦੇ ਕੰਮ ਮੇਰੇ ਉਸ ਪੁੱਤਰ ਦੇ ਵਿਆਹ ਦੇ ਨਾਲ ਸੰਪੰਨ ਹੋ ਜਾਣਗੇ, ਜਿਸ ਦੇ ਮੱਥੇ ਉੱਤੇ ਵਾਲ ਚਮਕ ਰਹੇ ਹਨ ਤੇ ਉਹ ਲਾੜੇ ਦੇ ਰੂਪ ਦੇ ਵਿੱਚ ਅੰਤਾਂ ਦਾ ਫੱਬ ਰਿਹਾ ਹੈ। ਅੱਗੇ ਬੱਚੋ, ਨਿੱਕੀ ਨਿੱਕੀ ਬੂੰਦੀ ਵੇ ਨਿੱਕਿਆ ਮੀਂਹ ਵੇ ਵਰੇ, ਵੇ ਨਿੱਕਿਆ ਮੀਂਹ ਵੇ ਵਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਵੇ ਨਿੱਕਿਆ ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ। ਬੱਚੋ, ਇਹ ਘੋੜੀ ਵਿੱਚ ਜੰਝ ਦੇ ਚੜ੍ਹਨ ਅਤੇ ਸ਼ਾਨ ਦੇ ਨਾਲ ਸੰਬੰਧਿਤ ਰਸਮਾਂ ਰੀਤਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਵੀਂ ਵਹੁਟੀ ਦੇ ਘਰ ਆਉਣ ਦੀ ਉਡੀਕ ਦਾ ਵੀ ਜ਼ਿਕਰ ਹੈ। ਜੰਝ ਚੜ੍ਹਨ ਸਮੇਂ ਮੇਲਣਾ, ਸ਼ਰੀਕਣਾ ਤੇ ਮੁੰਡੇ ਦੀਆਂ ਭੈਣਾਂ ਮਿਲ ਕੇ ਗਾਉਂਦੀਆਂ ਹੋਈਆਂ ਵਿਆਹੁੰਦੜ ਮੁੰਡੇ ਨੂੰ ਪਿਆਰ ਨਾਲ ਸੰਬੋਧਿਤ ਕਰਦੀਆਂ ਹਨ ਕਿ ਨਿੱਕੀਆਂ ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੈ। ਤੇਰੀ ਸੁਹਾਗਣ ਮਾਂ ਤੇਰੀ ਜੰਝ ਚੜ੍ਹਨ ਦੇ ਸਮੇਂ ਸ਼ਗਨ ਕਰ ਰਹੀ ਹੈ। ਤੇਰੇ ਉੱਤੋਂ ਪੈਸੇ ਸੁੱਟਣ ਲਈ ਪੈਸਿਆਂ ਦੀ ਬੋਰੀ ਤੇਰੇ ਬਾਬੇ ਦੇ ਹੱਥਾਂ ਵਿੱਚ ਫੜੀ ਹੋਈ ਹੈ। ਦੰਮਾਂ ਦੀ ਬੋਰੀ ਤੇਰਾ ਬਾਬਾ ਵੇ ਫੜੇ, ਵੇ ਨਿੱਕਿਆ ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ, ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ, ਵੇ ਨਿੱਕਿਆ ਨੀਲੀ ਵੇ ਘੋੜੀ ਮੇਰਾ ਨਿੱਕੜਾ ਚੜੇ। ਇਸ ਸਮੇਂ ਮੁੰਡੇ ਨੂੰ ਪਿਆਰ ਨਾਲ ਸੰਬੋਧਨ ਕਰਦੀਆਂ ਹੋਈਆਂ ਉਸ ਦੀਆਂ ਭੈਣਾਂ, ਭਾਬੀਆਂ, ਸ਼ਰੀਕਣਾਂ ਤੇ ਮੇਲਣਾ ਗਾਉਂਦੀਆਂ ਹਨ ਕਿ ਪੈਸੇ ਸੁੱਟਣ ਲਈ ਪੈਸਿਆਂ ਦੀ ਬੋਰੀ ਤੇਰੇ ਬਾਬੇ ਨੇ ਫੜ ਲਈ ਹੈ, ਤੇਰਾ ਬਾਪ ਨੇ ਹਾਥੀਆਂ ਦੇ ਸੰਗਲ ਫੜ ਲਏ ਹਨ ਤੇ ਜੰਝ ਵਿੱਚ ਸ਼ਾਮਿਲ ਕਰ ਲਿਆ ਹੈ ਉਹਨਾਂ ਨੂੰ। ਨੀਲੀ ਘੋੜੀ ਉੱਪਰ ਨਿੱਕਾ ਵਿਆਹੁੰਦੜ ਲਾੜਾ ਬਣ ਕੇ ਚੜ੍ਹ ਗਿਆ ਹੈ। ਇਸ ਤਰ੍ਹਾਂ ਜੰਝ ਬੜੇ ਜਲੌ ਤੇ ਸ਼ਾਨ ਨਾਲ ਤੁਰਨ ਲੱਗੀ ਹੈ। ਨੀਲੀ ਨੀਲੀ ਵੇ ਘੋੜੀ ਮੇਰਾ ਨਿੱਕੜਾ ਚੜੇ, ਵੇ ਨਿੱਕਿਆ ਭੈਣ ਸੁਹਾਗਣ ਤੇਰੀ ਵਾਗ ਫੜੇ, ਭੈਣ ਵੇ ਸੁਹਾਗਣ ਤੇਰੀ ਵਾਗ ਫੜੇ, ਵੇ ਨਿੱਕਿਆ ਪੀਲੀ ਪੀਲੀ ਦਾਲ ਤੇਰੀ ਘੋੜੀ ਚੜੇ। ਜੰਝ ਚੜ੍ਹਨ ਸਮੇਂ ਸ਼ਰੀਕਣਾ, ਮੇਲਣਾ ਤੇ ਮੁੰਡੇ ਦੀਆਂ ਭੈਣਾਂ, ਭਾਬੀਆਂ ਮਿਲ ਕੇ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ ਕਿ ਨੀਲੀ ਘੋੜੀ ਉੱਤੇ ਨਿੱਕਾ ਵਿਆਹੁੰਦੜ ਮੁੰਡਾ ਲਾੜਾ ਬਣ ਕੇ ਚੜ੍ਹ ਗਿਆ ਹੈ। ਸੁਹਾਗਣ ਭੈਣ ਨੇ ਉਸ ਨੂੰ ਬਹੁਤ ਸ਼ਗਨ ਮਨਾ ਕੇ ਵਿਦਾ ਕਰਨ ਲਈ ਤਿਆਰ ਕੀਤਾ ਹੈ ਅਤੇ ਉਸਦੀ ਘੋੜੀ ਦੀ ਵਾਗ ਫੜ ਲਈ ਹੈ ਤੇ ਘੋੜੀ ਨੂੰ ਪੀਲੀ ਪੀਲੀ ਦਾਲ ਚਰਾਈ ਜਾ ਰਹੀ ਹੈ। ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ, ਵੇ ਨਿੱਕਿਆ ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ। ਜੰਝ ਚੜ੍ਹਨ ਸਮੇਂ ਸ਼ਰੀਕਣਾ, ਮੇਲਣਾ ਤੇ ਮੁੰਡੇ ਦੀਆਂ ਭੈਣਾਂ, ਭਾਬੀਆਂ ਮਿਲ ਕੇ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ ਕਿ ਜਿਸ ਘੋੜੀ ਉੱਤੇ ਨਿੱਕਾ ਵਿਆਹੁੰਦੜ ਮੁੰਡਾ ਬੈਠਾ ਹੈ, ਉਹ ਭੈਣ ਦੁਆਰਾ ਪੇਸ਼ ਕੀਤੀ ਪੀਲੀ ਪੀਲੀ ਛੋਲਿਆਂ ਦੀ ਦਾਲ ਚਰ ਰਹੀ ਹੈ
ਤੇ ਮੁੰਡੇ ਦੀ ਭਾਬੀ ਉਸ ਦੇ ਰੂਪ ਨੂੰ ਨਿਖਾਰਨ ਲਈ ਉਸ ਦੀਆਂ ਅੱਖਾਂ ਵਿੱਚ ਸੁਰਮਾ ਪਾ ਰਹੀ ਹੈ। ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ, ਵੇ ਨਿੱਕਿਆ ਰੱਤਾ ਰੱਤਾ ਡੋਲਾ ਮੈਲੀ ਆਵੇ ਵੜੇ। ਰੱਤਾ ਰੱਤਾ ਡੋਲਾ ਮੈਲੀ ਆਵੇ ਵੜੇ, ਵੇ ਨਿੱਕਿਆ ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ। ਇਸ ਸਮੇਂ ਸਾਰੇ ਜੋ ਰਿਸ਼ਤੇਦਾਰਾਂ ਦੀਆਂ ਮੇਲਣਾ, ਸ਼ਰੀਕਣਾ, ਮੁੰਡੇ ਦੀਆਂ ਭੈਣਾਂ ਮਿਲ ਕੇ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ ਕਿ ਜਦੋਂ ਨਿੱਕਾ ਵਿਆਂਦੜ ਘੋੜੀ 'ਤੇ ਚੜ੍ਹ ਕੇ ਵਿਆਹੁਣ ਲਈ ਤੁਰਨ ਲੱਗਾ ਹੈ ਤਾਂ ਉਸ ਦੀ ਸੁੰਦਰਤਾ ਨਿਖਾਰਨ ਲਈ ਉਸ ਦੀ ਭਾਬੀ ਉਸ ਦੀਆਂ ਅੱਖਾਂ ਵਿੱਚ ਸੁਰਮਾ ਪਾ ਰਹੀ ਹੈ। ਸਾਰੇ ਘਰ ਦੇ ਮੇਲੀ ਮੇਲਣਾ ਇਹ ਉਡੀਕ ਕਰ ਰਹੇ ਹਨ ਕਿ ਕਦੋਂ ਵਹੁਟੀ ਲਾਲ ਡੋਲੇ ਸਮੇਤ ਘਰ ਵਿੱਚ ਆਵੇ ਤੇ ਮਾਂ ਉਸ ਤੋਂ ਸ਼ਗਨ ਕਰਦੀ ਹੋਈ ਪਾਣੀ ਵਾਰ ਕੇ ਪੀਵੇ। ਉਸ ਤੋਂ ਬਾਅਦ ਹੈ ਬੱਚਿਓ, ਸਤਿਗੁਰਾਂ ਕਾਜ ਸਵਾਰਿ ਆਈ। ਜੇ ਵੀਰ ਆਇਆ ਮਾਏ ਲੰਮੀ ਲੰਮੀ ਰਾਹੀ ਨੀ, ਘੋੜੀ ਤਾਂ ਬੱਧਾ ਵੀਰ ਹੇਠ ਫਲਾਹੀ ਨੀ। ਭੈਣਾਂ ਨੇ ਵੀਰ ਸ਼ਿੰਗਾਰਿ ਆਈ, ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏ ਨੀ। ਭਾਬੀਆਂ ਦੇਵਰ ਘੋੜੀ ਚਾੜ੍ਹਿ ਆਈ, ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ। ਸਤਿਗੁਰਾਂ ਕਾਜ ਸਵਾਰਿ ਆਈ। ਇਸ ਘੋੜੀ ਵਿੱਚ ਭੈਣਾਂ ਦੇ ਵੀਰ ਦੇ ਵਿਆਹ ਦੇ ਚਾਵਾਂ ਨਾਲ ਭਰੇ ਭਾਵ ਅੰਕਿਤ ਕੀਤੇ ਗਏ ਹਨ। ਇਹ ਘੋੜੀ ਮਾਂ ਨੂੰ ਸੰਬੋਧਿਤ ਕੀਤੀ ਗਈ ਹੈ। ਭੈਣਾਂ ਆਪਣੀ ਮਾਂ ਨੂੰ ਕਹਿੰਦੀਆਂ ਹਨ ਕਿ ਜੇ ਉਸ ਦਾ ਵੀਰ ਦੂਰ ਦੇ ਰਾਹਾਂ ਤੋਂ ਚੱਲ ਕੇ ਆਇਆ ਹੈ ਤਾਂ ਉਸਨੇ ਫਲਾਈਆਂ ਦੇ ਹੇਠਾਂ ਘੋੜਾ ਬੰਨ੍ਹ ਦਿੱਤਾ ਹੈ। ਭੈਣਾਂ ਨੇ ਆਪਣੇ ਇਸ ਵਿਆਂਦੜ ਭਰਾ ਨੂੰ ਸੇਰਿਆਂ ਨਾਲ ਸ਼ਿੰਗਾਰ ਕੇ ਤੇ ਭਾਬੀਆਂ ਨੇ ਵਿਆਹੁਣ ਜਾ ਰਹੇ ਦਿਓਰ ਨੂੰ ਘੋੜੀ ਚੜ੍ਹਾ ਦਿੱਤੀ ਹੈ। ਹੇ ਮਾਂ, ਇਹ ਸ਼ੁਭ ਕਾਰਜ ਤਾਂ ਸਤਿਗੁਰ ਨੇ ਆਪਣੀ ਕਿਰਪਾ ਨਾਲ ਸਵਾਰਿਆ ਹੈ। ਜੇ ਵੀਰ ਆਇਆ ਮਾਏ ਨਦੀਏ ਕਿਨਾਰੇ ਨੀ, ਨਦੀ ਤਾਂ ਦਿੰਦੀ ਵੀਰ ਨੂੰ ਠੰਡੇ ਹੁਲਾਰੇ ਨੀ। ਭੈਣਾਂ ਨੇ ਵੀਰ ਸ਼ਿੰਗਾਰਿ ਆਈ, ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏ ਨੀ। ਭਾਬੀਆਂ ਦੇਵਰ ਘੋੜੀ ਚਾੜ੍ਹਿ ਆਈ, ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ। ਸਤਿਗੁਰਾਂ ਕਾਜ ਸਵਾਰਿ ਆਈ। ਭੈਣਾਂ ਆਪਣੀ ਮਾਂ ਨੂੰ ਕਹਿੰਦੀਆਂ ਹਨ ਕਿ ਜੇ ਉਹਨਾਂ ਦਾ ਵੀਰ ਦੂਰੋਂ ਨਦੀ ਦੇ ਕੰਢੇ ਉੱਤੇ ਆ ਕੇ ਪਹੁੰਚਦਾ ਹੈ ਤਾਂ ਨਦੀ ਉਸ ਨੂੰ ਪਿਆਰ ਦੇ ਠੰਡੇ ਹੁਲਾਰੇ ਦਿੰਦੀ ਹੈ। ਭੈਣਾਂ ਨੇ ਆਪਣੇ ਇਸ ਵਿਆਂਦੜ ਵੀਰ ਨੂੰ ਸੇਰਿਆਂ ਨਾਲ ਸ਼ਿੰਗਾਰ ਦਿੱਤਾ ਹੈ ਅਤੇ ਭਾਬੀਆਂ ਨੇ ਉਸ ਨੂੰ ਸ਼ਗਨ ਮਨਾ ਕੇ ਘੋੜੀ ਚੜ੍ਹਾਇਆ ਹੈ। ਹੇ ਮਾਂ, ਇਹ ਸ਼ੁਭ ਕਾਰਜ ਤਾਂ ਸਤਿਗੁਰਾਂ ਨੇ ਆਪ ਹੀ ਸਵਾਰੇ ਹਨ। ਜੇ ਵੀਰ ਆਇਆ ਮਾਏ ਸਹੁਰੇ ਦੀ ਗਲੀਆਂ ਨੀ, ਸੱਸ ਤਾਂ ਚੁੰਮੇ ਵੀਰ ਦੇ ਸੇਰੇ ਦੀਆਂ ਕਲੀਆਂ ਨੀ। ਭੈਣਾਂ ਨੇ ਵੀਰ ਸ਼ਿੰਗਾਰਿ ਆਈ, ਭੈਣਾਂ ਨੇ ਵੀਰ ਸ਼ਿੰਗਾਰਿਆ ਮਾਏ ਨੀ। ਭਾਬੀਆਂ ਨੇ ਦੇਵਰ ਘੋੜੀ ਚਾੜ੍ਹਿ ਆਈ, ਭਾਬੀਆਂ ਦੇਵਰ ਘੋੜੀ ਚਾੜ੍ਹਿਆ ਮਾਏ ਨੀ। ਸਤਿਗੁਰਾਂ ਕਾਜ ਸਵਾਰਿ ਆਈ। ਭੈਣਾਂ ਆਪਣੀ ਮਾਂ ਨੂੰ ਕਹਿੰਦੀਆਂ ਹਨ ਕਿ ਜੇਕਰ ਉਹਨਾਂ ਦਾ ਵੀਰ ਘੋੜੀ ਉੱਤੇ ਚੜ੍ਹ ਕੇ ਵਿਆਹੁਣ ਲਈ ਸਹੁਰਿਆਂ ਦੀਆਂ ਗਲੀਆਂ ਵਿੱਚ ਪੁੱਜਾ ਹੈ ਤਾਂ ਉਸ ਦੀ ਸੱਸ ਚਾਅ ਨਾਲ ਉਸ ਦੇ ਸਿਹਰੇ ਦੀਆਂ ਕਲੀਆਂ ਨੂੰ ਚੁੰਮਦੀ ਹੈ। ਇਸ ਵੀਰ ਨੂੰ ਉਸ ਦੀਆਂ ਭੈਣਾਂ ਨੇ ਸਿਹਰਿਆਂ ਨਾਲ ਸਜਾ ਕੇ ਤੇ ਭਾਬੀਆਂ ਨੇ ਇਸ ਦਿਓਰ ਨੂੰ ਘੋੜੀ ਉੱਤੇ ਚੜ੍ਹਾ ਕੇ ਵਿਆਹੁਣ ਲਈ ਤੋਰਿਆ ਹੈ। ਪਿਆਰੇ ਬੱਚਿਓ, ਹੁਣ ਆਪਾਂ ਘੋੜੀਆਂ ਦੇ ਨਾਲ ਸੰਬੰਧਿਤ ਕੁਝ ਅਭਿਆਸ ਤੇ ਪ੍ਰਸ਼ਨ ਉੱਤਰ ਕਰਾਂਗੇ ਤੇ ਦੇਖਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿੰਨਾ ਕੁ ਸਮਝ ਆਇਆ ਹੈ। ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ, ਹਰਿਆ ਨੀ ਮਾਲਣ ਘੋੜੀ ਵਿੱਚ ਮੁੰਡੇ ਦੇ ਜੰਮਣ ਤੇ ਕਿਹਨੂੰ ਕਿਹਨੂੰ ਅਤੇ ਕਿਹੜੇ ਕਿਹੜੇ ਤੋਹਫੇ ਦਿੱਤੇ ਗਏ। ਉੱਤਰ, ਮੁੰਡੇ ਦੇ ਜੰਮਣ ਉੱਤੇ 5-5 ਰੁਪਏ ਉਸ ਦੀ ਪਾਲਣ ਤੇ ਖਿਡਾਉਣ ਵਾਲੀਆਂ ਦਾਈਆਂ ਅਤੇ ਮਾਈਆਂ ਨੂੰ ਦਿੱਤੇ ਗਏ ਸਨ ਅਤੇ ਭੈਣਾਂ ਨੂੰ ਰੇਸ਼ਮ ਦੇ ਤਿਉਰ ਦਿੱਤੇ ਗਏ ਸਨ। ਦੂਸਰਾ ਪ੍ਰਸ਼ਨ, ਹਰਿਆ ਨੀ ਮਾਲਣ ਘੋੜੀ ਵਿੱਚ ਮਾਲਣ ਨੇ ਵਿਆਂਦੜ ਮੁੰਡੇ ਲਈ ਕਿਸ ਪ੍ਰਕਾਰ ਦਾ ਵਿਸ਼ੇਸ਼ ਸਿਹਰਾ ਤਿਆਰ ਕੀਤਾ। ਮਾਲਣ ਨੇ 1 ਲੱਖ ਚੰਬੇ ਦੇ ਤੇ 2 ਲੱਖ ਮਰੂਏ ਦੇ ਫੁੱਲ ਗੁੰਦ ਕੇ ਸਿਹਰਾ ਤਿਆਰ ਕੀਤਾ। ਉਹ ਉਸ ਦਾ ਮੁੱਲ 3 ਲੱਖ ਰੁਪਏ ਦੱਸਦੀ ਸੀ। ਤੀਜਾ ਪ੍ਰਸ਼ਨ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਹੈ। ਉੱਤਰ, ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਸਰਦਾਰਾਂ ਅਤੇ ਅਮੀਰਾਂ ਨਾਲ ਉੱਠਣ ਬੈਠਣ ਵਾਲਾ ਦੱਸ ਕੇ
ਤੇ ਉਸ ਨੂੰ ਨਵਾਬਾਂ ਦੇ ਘਰ ਵਿਆਹਿਆ ਜਾਣ ਵਾਲਾ ਦੱਸ ਕੇ ਉਸ ਦੀ ਘੋੜੀ ਕਲਗੀ ਵਾਲੇ ਚੀਰੇ, ਚੰਬੇ, ਜੁਗਨੀਆਂ ਵਾਲੇ ਕੈਂਠੇ, ਤਣੀਆਂ ਵਾਲੇ ਪਹਿਰਾਵੇ ਅਤੇ ਤਿੱਲੇ ਵਾਲੀ ਜੁੱਤੀ ਦੀ ਪ੍ਰਸ਼ੰਸਾ ਕਰਕੇ ਉਸ ਦੀ ਸਿਫਤ ਕੀਤੀ ਗਈ ਹੈ। ਉਸ ਤੋਂ ਬਾਅਦ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਹੈ। ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਨੂੰ 1500 ਤਣੀਆਂ ਨਾਲ ਬਣਿਆ ਦੱਸਿਆ ਗਿਆ ਹੈ। ਉਸ ਦੇ ਸਿਰ ਉੱਤੇ 1500 ਦੇ ਮੁੱਲ ਦੀ ਕਲਗੀ ਵਾਲਾ ਸੁੰਦਰ ਚੀਰਾ ਹੈ। ਉਸ ਦੇ ਗਲ ਵਿੱਚ ਬਹੁਮੁੱਲੀਆਂ ਜੁਗਨੀਆਂ ਨਾਲ ਸਜਿਆ ਕੈਂਠਾ ਹੈ। ਉਸ ਦੇ ਪੈਰੀਂ ਬਹੁਮੁੱਲੇ ਤਿੱਲੇ ਵਾਲੀ ਜੁੱਤੀ ਹੈ। ਉਸ ਤੋਂ ਬਾਅਦ ਮੱਥੇ 'ਤੇ ਚਮਕਣ ਵਾਲ ਘੋੜੀ ਵਿੱਚ ਸੇਰਾ ਕਿਸ ਦੇ ਸਿਰ 'ਤੇ ਸਜਾਇਆ ਜਾਣਾ ਹੈ। ਸੇਰਾ ਵਿਆਂਦਣ ਮੁੰਡੇ ਦੇ ਸਿਰ 'ਤੇ ਸਜਾਇਆ ਜਾਣਾ ਹੈ। ਅੱਗੇ ਮੱਥੇ 'ਤੇ ਚਮਕਣ ਵਾਲ ਘੋੜੀ ਵਿੱਚ ਸ਼ਗਨਾਂ ਦਾ ਗਾਨਾ ਅਤੇ ਮਹਿੰਦੀ ਕਿਸ 'ਤੇ ਲਾਈ ਜਾਣੀ ਹੈ। ਉੱਤਰ ਸ਼ਗਨਾਂ ਦਾ ਗਾਨਾ ਤੇ ਮਹਿੰਦੀ ਵਿਆਂਦੜ ਮੁੰਡੇ ਦੇ ਲਾਈ ਜਾਣੀ ਹੈ। ਨਿੱਕੀ ਨਿੱਕੀ ਬੁੰਦੀ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਦੱਸੀ ਗਈ ਹੈ। ਉੱਤਰ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਖੁਸ਼ਹਾਲੀ ਦਰਸਾਉਣ ਲਈ ਉਸ ਦੇ ਘਰ ਨੂੰ ਮਹਿਲ ਦੱਸਿਆ ਗਿਆ ਹੈ। ਉਸ ਦਾ ਬਾਬਾ ਪੈਸੇ ਸੁੱਟਣ ਲਈ ਦੰਮਾਂ ਦੀ ਬੋਰੀ ਫੜਦਾ ਹੈ। ਬਾਪੂ ਹਾਥੀਆਂ ਦੇ ਸੰਗਲ ਫੜ ਕੇ ਉਸ ਨੂੰ ਜੰਝ ਵਿੱਚ ਸ਼ਾਮਲ ਕਰਦਾ ਹੈ ਤੇ ਵਿਆਂਦੜ ਆਪ ਨੀਲੀ ਘੋੜੀ ਉੱਤੇ ਸਵਾਰ ਹੁੰਦਾ ਹੈ। ਸਤਿਗੁਰਾਂ ਕਾਜ ਸਵਾਰਿਆ ਈ ਘੋੜੀ ਵਿੱਚ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ? ਆਪਣੇ ਦੇਵਰ ਨੂੰ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇਹ ਸਮਝ ਆਏ ਹੋਣਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।